ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਮੈਂ ਤੁਹਾਡਾ ਪ੍ਰਵੀਨ ਅਰੋੜਾ ਅੱਜ ਲੈ ਕੇ ਆਇਆ ਐਪੀਸੋਡ 3 ਵੀਜ਼ਾ ਤੇ ਚਰਚਾ ਪ੍ਰੋਗਰਾਮ। ਅੱਜ ਆਪਾਂ ਤੁਹਾਨੂੰ ਪ੍ਰੋਮਿਸ ਕੀਤਾ ਸੀ ਕਿ ਅੱਜ ਆਪਾਂ ਗੱਲ ਕਰਾਂਗੇ ਨਿਊਜ਼ੀਲੈਂਡ ਦੇ ਬਾਰੇ, ਬਟ ਕੁਝ ਐਮਰਜੈਂਸੀ ਆ ਗਈ ਔਰ ਜਿਹਦੀ ਵਜ੍ਹਾ ਤੋਂ ਅੱਜ ਆਪਾਂ ਗੱਲ ਕਰਾਂਗੇ ਕਿਉਂਕਿ ਆਸਟ੍ਰੇਲੀਆ ਨੇ ਆਪਣੇ ਰੂਲ ਚੇਂਜ ਕਰਤੇ ਨੇ। ਆਪਾਂ ਪਹਿਲੇ ਗੱਲ ਕਰਾਂਗੇ ਆਸਟ੍ਰੇਲੀਆ ਦੇ ਬਾਰੇ, ਕੱਲ ਆਪਾਂ ਗੱਲ ਕਰਾਂਗੇ ਨਿਊਜ਼ੀਲੈਂਡ ਦੇ ਬਾਰੇ ਔਰ ਕੁਝ ਗੱਲਾਂ ਕਰਾਂਗੇ ਯੂਕੇ ਦੇ ਬਾਰੇ ਵੀ। ਯੂ ਨੋ ਵੈਰੀ ਵੈਲ, ਤੁਹਾਨੂੰ ਸਭ ਨੂੰ ਪਤਾ ਹੈਗਾ ਕਿ ਮਿਸਿਸ ਵੀਬਾ ਗਾਂਧੀ ਜੋ ਕਿ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਵੀ ਹੈਗੇ ਨੇ ਔਰ ਮਾਰਾ ਏਜੰਟ ਵੀ ਹੈਗੇ ਨੇ, ਉਹ ਸਾਡੇ ਨਾਲ ਸ਼ੋਅ ਦੇ ਅੰਦਰ ਰਹਿਣਗੇ। ਉਹਨਾਂ ਨਾਲ ਆਪਾਂ ਖੂਬ ਸਾਰੀ ਗੱਲਾਂ ਕਰਾਂਗੇ ਔਰ ਪੁੱਛਾਂਗੇ ਕਿ ਆਸਟ੍ਰੇਲੀਆ ਨੇ ਔਰ ਨਿਊਜ਼ੀਲੈਂਡ ਦੇ ਵੀਜ਼ਾ ਲਈ, ਸਟੂਡੈਂਟ ਵੀਜ਼ਾ ਲਈ ਕਿਆ ਰਿਕੁਆਇਰਮੈਂਟਸ ਨੇ, ਜਾਂ ਸਪਾਊਸ ਲਈ ਕਿਆ ਰਿਕੁਆਇਰਮੈਂਟਸ ਨੇ, ਜਾਂ ਆਸਟ੍ਰੇਲੀਆ ਦੇ ਅੰਦਰ ਲੇਟੈਸਟ ਅਪਡੇਟਸ ਕੀ ਆਏ ਨੇ। ਅੱਜ ਆਪਾਂ ਕੁਝ ਗੱਲਾਂ ਕਰਦੇ ਹਾਂ ਆਸਟ੍ਰੇਲੀਆ ਅਪਡੇਟਸ ਦੇ ਬਾਰੇ। ਵਿਜ਼ਨ ਵੇ 2008 ਤੋਂ ਐਸਟੈਬਲਿਸ਼ ਇੱਕ ਕੰਪਨੀ ਹੈ ਜੋ ਪਿਛਲੇ 15 ਸਾਲ ਦੇ ਅੰਦਰ ਮੋਰ ਦੈਨ 16,000 ਪਰਸਨਸ ਦਾ ਵੀਜ਼ਾ ਜਾਂ ਅਬਰੋਡ ਜਾਣ ਦਾ, ਸਟੱਡੀ ਕਰਨ ਦਾ ਵੀਜ਼ਾ ਸੁਪਨਾ ਸਾਕਾਰ ਕਰ ਚੁੱਕੀ ਹੈਗੀ ਹੈ। ਔਰ ਕਾਫੀ ਜ਼ਿਆਦਾ ਹੋਰ ਸਟੂਡੈਂਟ ਜਿਹੜੇ ਹੈਗੇ ਨੇ ਸਾਡੀ ਪਾਈਪਲਾਈਨ ਦੇ ਵਿੱਚ ਆਏ ਨੇ ਔਰ ਤੁਹਾਡੀ ਬਲੈਸਿੰਗਸ ਦੇ ਨਾਲ ਆਪਾਂ ਡੇਲੀ ਵੀਜ਼ਾਸ ਅਪਰੂਵ ਕਰਵਾ ਰਹੇ ਹੈਗੇ ਆ। ਚਾਹੇ ਆਸਟ੍ਰੇਲੀਆ ਹੈ, ਨਿਊਜ਼ੀਲੈਂਡ ਹੈ, ਯੂਕੇ ਹੈ, ਕੈਨੇਡਾ ਹੈ, ਯੂਰਪ ਹੈ। ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾਂ ਸਾਡੀ ਬ੍ਰਾਂਚਿਸ ਦੇ ਅੰਦਰ ਵਿਜ਼ਿਟ ਕਰਕੇ ਆਪਣੀ ਕੋਈ ਵੀ ਇਨਫੋਰਮੇਸ਼ਨ ਤੁਸੀਂ ਲੈਣਾ ਚਾਹੁੰਦੇ ਹੋ ਤੇ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਜਾਂ ਫਿਰ ਵਧੇਰੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਸੀਂ ਕਿੱਥੇ ਵਿਜ਼ਿਟ ਕਰ ਸਕਦੇ ਹੋ। ਸਾਨੂੰ ਆਨਲਾਈਨ ਵੀ ਤੁਸੀਂ ਕੁਐਸਚਨ ਪੁੱਛ ਸਕਦੇ ਹੈਗੇ ਹੋ। ਵੀਜ਼ਾ ਤੇ ਚਰਚਾ ਪ੍ਰੋਗਰਾਮ ਦਾ ਜੋ ਸਟਾਰਟ ਕਰਨ ਦਾ ਰੀਜ਼ਨ ਹੈਗਾ ਉਹੀ ਹੈ ਕਿ ਤੁਹਾਨੂੰ ਟਰੂ ਐਂਡ ਫੇਅਰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਏ। ਟਰੂ ਐਂਡ ਫੇਅਰ ਇਨਫੋਰਮੇਸ਼ਨ ਤੋਂ ਮੀਨਿੰਗ ਇੱਥੇ ਹੈਗਾ ਕਿ ਅਗਰ ਤੁਸੀਂ ਐਲੀਜੀਬਲ ਹੋ, ਕਿਸੇ ਵੀ ਕੰਟਰੀ ਦੇ ਅੰਦਰ ਜਾਣਾ ਚਾਹੁੰਦੇ ਹੋ, ਫੋਰ ਐਗਜ਼ਾਮਪਲ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੈਗੇ ਹੋ, 2021 ਪਾਸ ਆਊਟ ਹੋ, +2 21 'ਚ ਕੀਤੀ ਹੈਗੀ, 2 ਸਾਲ ਦਾ ਗੈਪ ਹੈ ਔਰ ਤੁਹਾਨੂੰ ਕੋਈ XYZ ਏਜੰਟ ਬੋਲ ਰਿਹਾ ਕਿ ਮੈਂ ਤੁਹਾਡਾ ਆਸਟ੍ਰੇਲੀਆ ਦਾ ਵੀਜ਼ਾ ਨਿਕਲਵਾ ਦਾਂਗਾ, ਤੇ ਉਹ ਗਲਤ ਹੈਗਾ ਕਿਉਂਕਿ ਆਸਟ੍ਰੇਲੀਆ ਰੀਸੈਂਟ ਪ੍ਰੋਫਾਈਲਸ ਨੂੰ ਐਕਸੈਪਟ ਕਰਦੀ ਹੈ। ਮੇਰੇ ਕੋਲ ਬਹੁਤ ਸਾਰੀ ਐਪਲੀਕੇਸ਼ਨਸ ਨੇ ਜਿਹੜੀ 2022 ਪਾਸ ਆਊਟ ਨੇ, ਪਰ ਉਹਨਾਂ ਚੋਂ ਸਿਲੈਕਟਡ ਐਪਲੀਕੇਸ਼ਨ ਸੀ। ਲਾਈਕ ਕਾਮਰਸ ਦਾ ਸਟੂਡੈਂਟ ਹੈ, 2023 ਦੇ ਅੰਦਰ ਉਹਨੇ ਆਪਣੀ PT IELTS ਕੀਤਾ ਹੈ ਤੇ ਆਪਾਂ ਉਹ ਐਪਲੀਕੇਸ਼ਨ ਨੂੰ ਆਸਟ੍ਰੇਲੀਆ ਲਈ ਯੈਸ ਉਹਨਾਂ ਦਾ ਨਿਕਲਵਾ ਸਕਦੇ ਹੈਗੇ ਆ। ਮੈਂ ਤੇ ਆਪਣੀ ਜਿਹੜੀ ਐਪਲੀਕੇਸ਼ਨਸ ਚੱਲ ਰਹੀ ਹੈਗੀਆਂ ਨੇ, ਜਿਹੜੇ ਮੇਰੇ ਦਰਸ਼ਕ ਸੁਣਨ ਵਾਲੇ ਨੇ ਜਾਂ ਫਿਰ ਜਿਹੜੇ ਸਾਡੇ ਕਲਾਇੰਟਸ ਨੇ ਜਿਹੜੇ ਸਾਨੂੰ ਸੁਣ ਰਹੇ ਨੇ, ਔਰ ਆਸਟ੍ਰੇਲੀਆ ਦੀ ਐਪਲੀਕੇਸ਼ਨ ਉਹਨੇ ਵਿਜ਼ਨ ਵੇ ਤੋਂ ਅਪਲਾਈ ਕੀਤੀ ਹੈ, ਮੈਂ ਸਭ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਇੱਕ ਵਾਰ ਦੁਬਾਰਾ ਵਿਜ਼ਿਟ ਕਰੋ। ਤੁਹਾਡੇ ਫਾਇਦੇ ਲਈ ਆਪਾਂ ਰੀਕਾਉਂਸਿਲ ਕਰਾਂਗੇ ਕਿਉਂਕਿ ਆਸਟ੍ਰੇਲੀਆ ਆਪਣੇ ਰੂਲ ਜਿਹੜੇ ਹੈਗੇ ਨੇ ਉਹ ਚੇਂਜ ਕਰ ਚੁੱਕਿਆ ਹੈਗਾ। ਰੂਲਸ ਦੀ ਗੱਲ ਕਰਨ ਤੋਂ ਪਹਿਲੇ ਆਪਾਂ ਗੱਲ ਕਰਦੇ ਹਾਂ ਕਿ ਅਗਰ ਤੁਹਾਨੂੰ ਇਹ ਪਸੰਦ ਆਉਂਦਾ ਹੈ, ਮੇਰਾ ਸ਼ੋਅ ਪਸੰਦ ਆ ਰਿਹਾ, ਤੁਸੀਂ ਲਾਈਕ ਕਰੋ, ਇਹਨੂੰ ਸ਼ੇਅਰ ਕਰੋ। ਸ਼ਾਇਦ ਆਪਾਂ ਟਰੂ ਐਂਡ ਫੇਅਰ ਇਨਫੋਰਮੇਸ਼ਨ ਦੀ ਵਜ੍ਹਾ ਤੋਂ ਤੁਹਾਡੇ ਕਿਸੇ ਯਾਰ ਪਿਆਰੇ ਮਿੱਤਰ, ਬ੍ਰਦਰ, ਸਿਸਟਰ ਦਾ ਪੈਸਾ ਔਰ ਸਮੇਂ ਖਰਾਬ ਹੋਣ ਤੋਂ ਬਚਾ ਪਾਈਏ ਔਰ ਇੱਕ ਸਹੀ ਇਨਫੋਰਮੇਸ਼ਨ ਦੇ ਨਾਲ ਜਿਸ ਕੰਟਰੀ ਦੇ ਅੰਦਰ ਉਹ ਜਾਣਾ ਚਾਹੁੰਦੇ ਨੇ ਉਹਨੂੰ ਪਹੁੰਚਾਉਣ ਵਿੱਚ ਆਪਾਂ ਹੈਲਪ ਕਰ ਪਾਈਏ। ਵਿਜ਼ਨ ਵੇ ਦੀ ਅਲੱਗ-ਅਲੱਗ ਸਿਟੀਜ਼ ਦੇ ਅੰਦਰ 12 ਬ੍ਰਾਂਚਿਸ ਨੇ। ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ ਤੇ ਜਾਂ ਨੀਚੇ ਦਿੱਤੇ ਨੰਬਰਸ ਤੇ ਕਾਲ ਕਰਕੇ ਪਤਾ ਕਰ ਸਕਦੇ ਹੋ ਕਿ ਤੁਹਾਡੀ ਨੀਅਰ ਬਾਏ ਬ੍ਰਾਂਚ ਕਿਹੜੀ ਪੈਂਦੀ ਹੈ। ਤੁਸੀਂ ਉੱਥੇ ਜਾ ਕੇ ਗੱਲ ਕਰ ਸਕਦੇ ਹੋ ਜਾਂ ਫਿਰ ਸਾਡੇ ਨਾਲ ਆਨਲਾਈਨ ਇਨਕੁਆਇਰੀਜ਼ ਵੀ ਸ਼ੇਅਰ ਕਰ ਸਕਦੇ ਹੈਗੇ ਹੋ। ਇਸ ਸ਼ੋਅ ਦਾ ਪਰਪਸ ਬੜਾ ਕਲੀਅਰ ਹੈ ਕਿ ਤੁਹਾਨੂੰ ਟਰੂ ਐਂਡ ਫੇਅਰ ਇਨਫੋਰਮੇਸ਼ਨ ਪ੍ਰੋਵਾਈਡ ਕਰਨਾ। ਅਗਰ ਯੈਸ ਹੈ ਤਾਂ ਯੈਸ ਹੈ, ਅਗਰ ਨੋ ਹੈ ਤਾਂ ਨੋ। ਐਜ਼ ਪਰ ਪ੍ਰੋਫਾਈਲ ਹਮੇਸ਼ਾ ਆਪਾਂ ਰਿਕਮੈਂਡ ਕਰਦੇ ਹੈਗੇ ਆ। ਆਪਾਂ ਲਾਸਟ ਟਿਊਜ਼ਡੇ ਗੱਲ ਕੀਤੀ ਸੀ ਕੈਨੇਡਾ ਦੇ ਬਾਰੇ, ਅੱਜ ਆਪਾਂ ਗੱਲ ਕਰਨੀ ਸੀ ਨਿਊਜ਼ੀਲੈਂਡ ਦੇ ਬਾਰੇ, ਪਰ ਅੱਜ ਗੱਲ ਕਰਾਂਗੇ ਆਪਾਂ ਆਸਟ੍ਰੇਲੀਆ ਦੇ ਬਾਰੇ ਕਿਉਂਕਿ ਆਸਟ੍ਰੇਲੀਆ ਨੇ ਆਪਣੇ ਰੂਲਸ ਨੂੰ ਚੇਂਜ ਕੀਤਾ ਹੈਗਾ। ਬਹੁਤ ਵੱਡਾ ਆਸਟ੍ਰੇਲੀਆ ਦੇ ਅੰਦਰ ਜਿਹੜਾ ਪਹਿਲਾ ਰੂਲ ਚੇਂਜ ਹੋਇਆ, ਉਹਨਾਂ ਨੇ ਆਪਣੇ ਲਿਵਿੰਗ ਐਕਸਪੈਂਸ ਜੋ ਕਿ 21,000 ਮਤਲਬ 21043 ਸੀਗੇ, ਉਹਨਾਂ ਨੂੰ ਇਨਕਰੀਜ਼ ਕਰਕੇ $24,505 ਕਰਤਾ ਹੈਗਾ ਔਰ ਐਗਜ਼ੀਕਿਊਟ ਹੋ ਰਿਹਾ 1 ਅਕਤੂਬਰ ਤੋਂ। ਮਤਲਬ ਜਿੱਥੇ ਸਾਨੂੰ ਪੈਸਾ ਥੋੜਾ ਘੱਟ ਸ਼ੋ ਕਰਨਾ ਪੈਂਦਾ ਸੀਗਾ, ਉੱਥੇ ਉਹਨਾਂ ਨੇ $3500 ਦਾ ਮੁਨਾਫਾ ਕੀਤਾ ਹੈਗਾ ਕਿ $3500 ਸਾਨੂੰ ਐਕਸਟਰਾ ਸ਼ੋ ਕਰਨਾ ਪਏਗਾ ਜੋ ਪਹਿਲੇ ਅਮਾਊਂਟ ਆਪਾਂ ਸ਼ੋ ਕਰ ਰਹੇ ਸੀ। ਇਟ ਮੀਨਸ ਕਿ ਲਿਵਿੰਗ ਐਕਸਪੈਂਸ ਉੱਥੇ ਵੱਧ ਗਏ ਨੇ। ਆਸਟ੍ਰੇਲੀਆ ਦੇ ਬਾਰੇ ਅੱਛੀ ਗੱਲ ਹੈ ਕਿ ਲਿਵਿੰਗ ਐਕਸਪੈਂਸ ਜ਼ਰੂਰ ਵਧੇ ਨੇ, ਬਟ ਅਗਰ ਮੈਂ ਕੰਪੈਰੀਜ਼ਨ ਕਰਾਂ ਅਦਰ ਕੰਟਰੀਜ਼ ਦੇ ਅੰਦਰ, ਦੇਖੋ ਸਭ ਦੀ ਆਪਣੀ ਆਪਣੀ ਚੁਆਇਸਿਸ ਵਾਲੀ ਕੰਟਰੀਜ਼ ਹੈਗੀਆਂ ਨੇ। ਕੋਈ ਕੈਨੇਡਾ ਜਾਣਾ ਚਾਹੁੰਦਾ ਹੈ, ਕੋਈ ਆਸਟ੍ਰੇਲੀਆ ਜਾਣਾ ਚਾਹੁੰਦਾ ਹੈ, ਕੋਈ ਨਿਊਜ਼ੀਲੈਂਡ ਜਾਣਾ ਚਾਹੁੰਦਾ ਹੈ, ਕੋਈ ਯੂਕੇ ਜਾਣਾ ਚਾਹੁੰਦਾ ਹੈ ਔਰ ਆਪਾਂ ਹਰ ਕੰਟਰੀ ਦੇ ਅੰਦਰ ਬੱਚਿਆਂ ਨੂੰ ਭੇਜਦੇ ਹਾਂ, ਕੋਈ ਯੂਰਪ ਜਾਣਾ ਚਾਹੁੰਦਾ ਹੈਗਾ। ਆਸਟ੍ਰੇਲੀਆ ਦੇ ਅੰਦਰ ਸਭ ਤੋਂ ਵੱਡਾ ਪਲੱਸ ਪੁਆਇੰਟ ਕੀ ਹੈ ਕਿ ਉੱਥੇ ਅਗਰ ਲਿਵਿੰਗ ਐਕਸਪੈਂਸ ਵਧੇ ਨੇ ਤੇ ਉੱਥੇ ਅਰਨਿੰਗ ਵੀ ਜ਼ਿਆਦਾ ਹੈਗੀ ਹੈ ਐਜ਼ ਕੰਪੇਅਰ ਟੂ ਕੈਨੇਡਾ। ਨੋ ਡਾਊਟ ਦੇ ਆਰ ਡਿਲੇਡ ਇਨ PR। ਇੱਥੇ PR ਦੀ ਤੋਂ ਗੱਲ ਯਾਦ ਆਈ ਕਿ ਬੜੀ ਇੰਪੋਰਟੈਂਟ ਗੱਲ ਹੈ ਜਿਹੜੀ ਤੁਹਾਨੂੰ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਹੈ। PR ਦੇ ਅੰਦਰ ਆਪਾਂ ਅਕਸਰ ਆਸਟ੍ਰੇਲੀਆ ਦੇ ਅੰਦਰ ਸੋਚਦੇ ਹਾਂ ਕਿ ਸਾਨੂੰ 7 ਸਾਲ ਲੱਗ ਗਏ, 8 ਸਾਲ ਲੱਗ ਗਏ, 9 ਸਾਲ ਲੱਗ ਗਏ, 10 ਸਾਲ ਲੱਗ ਗਏ। ਉਹ ਜਦ ਕੈਨੇਡਾ ਦੇ ਅੰਦਰ ਆਪਾਂ ਦੇਖਦੇ ਹਾਂ 4 ਸਾਲ ਦੇ ਅੰਦਰ PR ਮਿਲ ਗਈ,
3 ਸਾਲ ਦੇ ਅੰਦਰ ਮਿਲ ਗਈ ਜਾਂ ਵਿਦਿਨ 5 ਇਅਰਸ ਦੇ ਵਿੱਚ ਮਿਲ ਗਈ? ਇਹਦੇ ਰੀਜ਼ਨਸ ਕੀ ਨੇ, ਡਿਫਰੈਂਸ ਕੀ ਹੈਗਾ, ਜੋ ਤੁਹਾਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਪਤਾ ਹੋਣਾ ਚਾਹੀਦਾ ਬਿਫੋਰ ਅਪਲਾਈਂਗ। ਸਭ ਤੋਂ ਪਹਿਲੇ ਆਸਟ੍ਰੇਲੀਆ ਦੇ ਪ੍ਰੋਫਾਈਲ ਦੀ ਗੱਲ ਕਰੀਏ ਤੇ ਆਸਟ੍ਰੇਲੀਆ ਇਸ ਟਾਈਮ UG ਬੇਸ ਤੇ ਅਗਰ ਆਪਾਂ ਗੱਲ ਕਰਦੇ ਹਾਂ ਤੇ 2023 ਪਾਸ ਆਊਟ ਲੈ ਰਿਹਾ। ਵਿਜ਼ਨ ਵੇ ਕੋਲ ਬੜਾ ਲਿਮਟਿਡ ਆਪਸ਼ਨਸ ਹੈ। ਕਾਮਰਸ ਵਾਲੇ ਸਟੂਡੈਂਟਸ ਨੇ ਜਾਂ ਨॉन ਮੈਡੀਕਲ ਵਾਲੇ ਸਟੂਡੈਂਟਸ ਨੇ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ, 2022 ਦੇ ਅੰਦਰ ਪਾਸ ਆਊਟ ਨੇ ਔਰ 2023 ਦੇ ਅੰਦਰ ਉਹਨੇ ਆਪਣਾ IELTS ਔਰ PT ਅਪੀਅਰ ਕੀਤਾ ਤੇ ਵਿਜ਼ਨ ਵੇ ਕੋਲ ਆਪਸ਼ਨ ਹੈਗਾ, ਤੁਸੀਂ ਸਾਡੀ ਨੀਅਰ ਬਾਈ ਬ੍ਰਾਂਚ ਦੇ ਵਿੱਚ ਵਿਜ਼ਿਟ ਕਰੋ। ਆਪਾਂ ਆਸਟ੍ਰੇਲੀਆ ਜਿਹੜਾ ਜਾਣ ਦਾ ਤੁਹਾਡਾ ਸੁਪਨਾ ਸਾਕਾਰ ਕਰ ਸਕਦੇ ਹੈਗੇ ਆ। ਆਪਾਂ ਗੱਲ ਕਰ ਰਹੇ ਸੀ ਕਿ ਆਸਟ੍ਰੇਲੀਆ ਨੇ ਇੱਕ ਰੂਲ ਚੇਂਜ ਕੀਤਾ, $24,505 ਦਾ ਜਿਹੜਾ ਉਹਨਾਂ ਨੇ ਲਿਵਿੰਗ ਐਕਸਪੈਂਸ ਇੰਕਰੀਜ਼ ਕਰਤੇ। ਸੈਕਿੰਡ ਰੂਲ ਕੀ ਚੇਂਜ ਕੀਤਾ ਉਹਨਾਂ ਨੇ, ਫਿਰ ਮੈਂ ਗੱਲ ਕੀਤੀ ਸੀ PR ਦੀ। ਸੈਕਿੰਡ ਰੂਲ ਦੇ ਅੰਦਰ ਉਹਨਾਂ ਨੇ ਚੇਂਜਿਸ ਜਿਹੜੇ ਸਭ ਤੋਂ ਜ਼ਿਆਦਾ ਕੀਤੇ ਹੈਗੇ ਨੇ, ਜੋ ਕਿ ਸੀਰੀਅਸ ਨੇ, ਜੋ ਆਮ ਤੌਰ ਤੇ ਇੱਕ ਕੰਸਲਟੈਂਟ ਫੇਸ ਵੀ ਕਰਦਾ ਹੈ ਔਰ ਬੱਚੇ ਉਸ ਚੀਜ਼ ਨੂੰ ਇੰਜੋਏ ਕਰਦੇ ਨੇ, ਫਿਰ ਬਾਅਦ ਚੋਂ ਕੰਟਰੀ ਦਾ ਕਸੂਰ ਕੱਢਦੇ ਨੇ ਕਿ ਸਾਨੂੰ PR ਨਹੀਂ ਮਿਲੀ, PR ਲੈਣ 'ਚ ਮੈਨੂੰ 7 ਸਾਲ ਲੱਗ ਗਏ, 8 ਸਾਲ ਲੱਗ ਗਏ ਜਾਂ 10 ਸਾਲ ਲੱਗ ਗਏ। ਉਹ ਇਹਦੇ ਪਿੱਛੇ ਬੜਾ ਸੋਲਿਡ ਰੀਜ਼ਨ, ਔਰ ਕੈਨੇਡਾ PR ਕਿਉਂ ਦੇ ਰਿਹਾ ਉਹਦੇ ਪਿੱਛੇ ਵੀ ਇੱਕ ਸੋਲਿਡ ਰੀਜ਼ਨ ਹੈ। ਦੇਖੋ, ਕੈਨੇਡਾ ਜਦੋਂ ਪੇਰੈਂਟਸ ਆਪਣੇ ਬੱਚੇ ਨੂੰ ਕੈਨੇਡਾ ਦੇ ਅੰਦਰ ਭੇਜਦੇ ਨੇ ਸਟੱਡੀ ਵਾਸਤੇ, ਹਮੇਸ਼ਾ ਉਹ ਕੋਸ਼ਿਸ਼ ਇਹ ਕਰਦੇ ਨੇ ਚਾਹੇ ਇੰਡੀਆ ਤੋਂ ਉਹਨਾਂ ਨੂੰ ਪੈਸਾ ਭੇਜਣਾ ਪਏ ਸੈਕਿੰਡ ਈਅਰ ਫੀਸ ਵਾਸਤੇ, ਪਰ ਉਹ ਬੱਚੇ ਨੂੰ ਕਿਆ ਬੋਲਦੇ ਨੇ ਪੇਰੈਂਟਸ ਕਿ ਤੁਸੀਂ ਆਪਣੀ ਸਟੱਡੀ ਲੀਵ ਨਹੀਂ ਕਰਨੀ। ਆਪਾਂ ਸਾਈਕੋਲੋਜੀਕਲ ਰੈਡੀ ਹਾਂ ਕਿ ਆਪਾਂ ਜਿਹੜਾ ਕਾਲਜ, ਯੂਨੀਵਰਸਿਟੀ ਔਰ ਕੋਰਸ ਜਿਹੜਾ ਚੂਜ਼ ਕੀਤਾ, ਆਪਾਂ ਉਹਦੀ ਸਟੱਡੀ ਕੰਪਲੀਟ ਕਰਨੀ ਹੈ, ਤਾਂ ਹੀ ਸਾਨੂੰ PR ਮਿਲੇਗੀ। ਤੇ ਆਸਟ੍ਰੇਲੀਆ ਵੀ ਕੁਝ ਉਸੇ ਟਰੈਕ ਤੇ ਚੱਲ ਰਿਹਾ, ਕੁਝ ਉਹਨੇ ਕੈਨੇਡਾ ਦਾ UK ਦਾ ਪਾਰਟ ਲਿਆ ਔਰ ਕੁਝ ਉਹਨੇ ਕੈਨੇਡਾ ਦਾ ਪਾਰਟ ਲਿਆ। ਹੁਣ ਸਾਡੇ ਪੰਜਾਬ ਔਰ ਹਰਿਆਣਾ ਜਿਹੜੇ ਹੋਣ ਵਾਲੇ ਸਟੂਡੈਂਟਸ ਨੇ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ, ਆਸਟ੍ਰੇਲੀਆ ਜਦੋਂ ਜਾਂਦੇ ਸੀਗੇ ਤੇ ਸਭ ਤੋਂ ਪਹਿਲੇ ਕਿਆ ਕੰਮ ਕਰਦੇ ਸੀ, ਮੈਂ ਇੱਥੇ ਕਿਸੇ ਨੂੰ ਬਲੇਮ ਨਹੀਂ ਕਰ ਰਿਹਾ, ਮੈਂ ਆਪਣੇ ਐਕਸਪੀਰੀਅੰਸ ਦੇ ਨਾਲ ਦੱਸ ਰਿਹਾ, ਮੋਰ ਦੈਨ 50, 60, 70% ਬੱਚੇ, 70% ਵੀ ਮੈਂ ਘੱਟ ਲੈ ਰਿਹਾ ਇੱਥੇ, ਅਗਰ ਮੈਂ 90% ਬੋਲਾਂਗਾ ਤੇ ਉਹ ਸਹੀ ਰਹੇਗਾ, ਐਸਪੈਸ਼ਲੀ ਫॉर ਪੰਜਾਬ ਹਰਿਆਣਾ। ਬੱਚੇ ਕਿਆ ਕਰਦੇ ਸੀ ਕਿ ਆਪਣਾ ਪਹੁੰਚਣ ਤੋਂ ਬਾਅਦ ਜਾਂ ਤਾਂ ਜਾਂਦੇ ਹੀ ਆਪਣਾ ਯੂਨੀਵਰਸਿਟੀ ਕਾਲਜ ਚੇਂਜ ਕਰ ਲੈਂਦੇ ਸੀ, ਜਾਂ ਫਿਰ 6 ਮਹੀਨੇ ਬਾਅਦ, ਨਹੀਂ ਤੇ ਹੱਦ 1 ਈਅਰ ਤੋਂ ਬਾਅਦ ਆਪਣਾ ਯੂਨੀਵਰਸਿਟੀ ਕਾਲਜ ਚੇਂਜ ਕਰ ਦਿੰਦੇ ਸੀ। ਹੁਣ ਇਹ ਮੈਟਰ ਜਿਹੜਾ ਹੈਗਾ ਆਸਟ੍ਰੇਲੀਆ ਵਾਸਤੇ ਬਹੁਤ ਵੱਡਾ ਮੈਟਰ ਸੀਗਾ। ਪਿਛਲੇ ਕੁਝ ਟਾਈਮ ਦੇ ਅੰਦਰ, ਹਾਰਡਲੀ 4 ਤੋਂ 5 ਮਹੀਨੇ ਦੇ ਅੰਦਰ 17,000 ਸਟੂਡੈਂਟਸ ਨੇ ਆਪਣੇ ਯੂਨੀਵਰਸਿਟੀ ਔਰ ਕਾਲਜ ਨੂੰ ਚੇਂਜ ਕਰ ਲਿਆ। ਜਦੋਂ ਆਪਾਂ ਇੱਥੋਂ ਇੰਡੀਆ ਦੇ ਵਿੱਚੋਂ ਆਪਣੀ ਐਪਲੀਕੇਸ਼ਨ ਅਪਲਾਈ ਕਰਦੇ ਹਾਂ ਤਾਂ ਆਪਾਂ ਇੱਕ ਇਮੀਗ੍ਰੇਸ਼ਨ ਨੂੰ SOP ਲਿਖ ਕੇ ਦਿੰਦੇ ਹਾਂ ਔਰ ਇੱਕ ਯੂਨੀਵਰਸਿਟੀ ਨੂੰ ਵੀ SOP ਲਿਖ ਕੇ ਦਿੰਦੇ ਹਾਂ। ਉਹਦੇ ਅੰਦਰ ਆਪਾਂ ਕਲੀਅਰਲੀ ਲਿਖਦੇ ਹਾਂ ਕਿ ਮੈਂ ਯੂਨੀਵਰਸਿਟੀ ਕਿਉਂ ਚੂਜ਼ ਕੀਤੀ, ਇਹ ਕੋਰਸ ਚੂਜ਼ ਕਿਉਂ ਕੀਤਾ, ਇਹ ਸਟੱਡੀ ਕਰਨ ਤੋਂ ਬਾਅਦ ਮੈਨੂੰ ਕੀ ਬੈਨੀਫਿਟ ਮਿਲੇਗਾ, ਆਪਾਂ ਸਭ ਕੁਝ ਲਿਖਦੇ ਹਾਂ। ਇਮੀਗ੍ਰੇਸ਼ਨ ਉੱਥੇ ਸੋਚਦੀ ਹੈ, ਯੂਨੀਵਰਸਿਟੀ ਉੱਥੇ ਸੋਚਦੀਆਂ ਨੇ ਕਿ ਸਾਨੂੰ ਰਿਟਨ ਸਟੇਟਮੈਂਟ ਤੁਸੀਂ ਇਹ ਦੇ ਰਹੇ ਹੋ, ਔਰ ਜਦੋਂ ਤੁਸੀਂ ਇੱਥੇ ਪਹੁੰਚਦੇ ਹੋ ਇੰਡੀਆ ਤੋਂ ਸਾਡੀ ਕੰਟਰੀ ਦੇ ਅੰਦਰ ਜਦੋਂ ਲੈਂਡ ਕਰਦੇ ਹੋ, ਐਸਾ ਤੁਹਾਡੇ ਨਾਲ ਕਿਆ ਹੁੰਦਾ ਹੈ ਕਿ ਮੋਰ ਦੈਨ 30, 40, 50% ਸਟੂਡੈਂਟਸ ਜਾਂਦੇ ਹੀ ਉੱਥੇ ਆਪਣਾ ਵਿਡਰੋਲ ਪਾ ਦਿੰਦੇ ਨੇ। ਜਿਹੜੇ ਸਟੂਡੈਂਟਸ ਬਚਦੇ ਨੇ 10-20%, ਉਹ ਆਪਣਾ 6 ਮਹੀਨੇ ਬਾਅਦ ਕਰ ਦਿੰਦੇ ਨੇ। ਜਿਹੜੇ 10-20% ਬਚੇ ਉਹ ਆਪਣਾ 1 ਸਾਲ ਬਾਅਦ ਕਰ ਦਿੰਦੇ ਨੇ। ਉਹ ਯੂਨੀਵਰਸਿਟੀਜ਼ ਇਹ ਸੋਚਦੀਆਂ, ਇਮੀਗ੍ਰੇਸ਼ਨ ਇਹ ਸੋਚਦੀ, ਵੇਅਰ ਇਜ਼ ਯੋਰ ਕਮਿਟਮੈਂਟ। ਹੁਣ ਉਹਨਾਂ ਨੇ ਇੱਕ ਰੂਲ ਚੇਂਜ ਕੀਤਾ ਹੈ ਜੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਤੁਹਾਨੂੰ ਸਮਝਣਾ ਚਾਹੀਦਾ। ਆਸਟ੍ਰੇਲੀਆ ਦੇ ਅੰਦਰ ਇੱਕ ਸੌਫਟਵੇਅਰ ਚੱਲਦਾ ਜਿਹਨੂੰ ਪ੍ਰਿਜ਼ਮ ਦਾ ਨਾਮ ਦਿੱਤਾ ਗਿਆ। ਉਹ ਪ੍ਰਿਜ਼ਮ ਜਿਹੜਾ ਸੌਫਟਵੇਅਰ ਹੈਗਾ ਉਹਦੇ ਅੰਦਰ ਇੱਕ ਵਾਰ COE ਰਿਲੀਜ਼ ਹੁੰਦੀ ਹੈ। COE ਜਿਸ ਟਾਈਮ ਤੇ ਰਿਲੀਜ਼ ਹੋ ਗਈ ਪ੍ਰਿਜ਼ਮ ਦੇ ਅੰਦਰ, ਬੱਚਾ ਉੱਥੇ ਪਹੁੰਚਦਾ ਸੀਗਾ, ਪਹੁੰਚਣ ਤੋਂ ਬਾਅਦ ਉਹਨੇ ਯੂਨੀਵਰਸਿਟੀ ਕਾਲਜ ਅਟੈਂਡ ਨਹੀਂ ਕਰਨਾ। ਯੂਨੀਵਰਸਿਟੀ ਕਾਲਜ ਅਟੈਂਡ ਨਾ ਕਰਕੇ ਉਹਨੇ ਕਿਸੇ ਪ੍ਰਾਈਵੇਟ ਇੰਸਟੀਟਿਊਸ਼ਨਸ ਤੋਂ ਆਪਣੀ ਨਵੀਂ COE ਰਿਲੀਜ਼ ਕਰਵਾ ਲੈਂਦੇ ਸੀ। ਉਹਨੂੰ ਬੋਲਦੇ ਸੀ ਫਿਊਚਰ COE ਔਰ ਕਨਕਰੈਂਟ COE। ਫਿਊਚਰ COE, ਕਨਕਰੈਂਟ COE ਰਿਲੀਜ਼ ਕਰਵਾਉਣ ਤੋਂ ਬਾਅਦ ਜਦੋਂ ਯੂਨੀਵਰਸਿਟੀ ਔਰ ਕਾਲਜ ਅਪਰੋਚ ਕਰਦੇ ਸੀ ਉਹਨੂੰ, ਹਾਂਜੀ ਤੁਸੀਂ ਸਾਡੇ ਕੋਲ ਆਏ ਸੀਗੇ ਔਰ ਯੂ ਆਰ ਨੋਟ ਅਟੈਂਡਿੰਗ ਯੋਰ ਕਲਾਸਿਸ, ਉਹ ਬੱਚਾ ਕਿਆ ਕਰਦਾ ਸੀ, ਜਾ ਕੇ ਜਾਂ ਤਾਂ ਰਿਫੰਡ ਅਪਲਾਈ ਕਰ ਦਿੰਦਾ ਸੀ, ਆਪਣੀ ਕਲਾਸਿਸ ਅਟੈਂਡ ਕਰਨੀ ਛੱਡ ਦਿੰਦੇ ਸੀ। ਉਹ ਤੇ ਹਾਇਰ ਕਰਦੇ ਸੀ ਕਿਸੇ ਪ੍ਰਾਈਵੇਟ ਬੰਦੇ ਨੂੰ, ਜਾਂ ਉਹਨਾਂ ਦੇ ਬ੍ਰਦਰ, ਸਿਸਟਰ, ਫਰੈਂਡ, ਰਿਲੇਟਿਵ ਹੈਗੇ ਨੇ। ਉਹ ਇੱਕ ਸਾਈਕੋਲੋਜੀ ਹੈ ਨਾ, ਜੋ ਸਾਡੇ ਨਾਰਥ ਇੰਡੀਅਨ ਸੋਚਦੇ ਨੇ, ਯਾਰ ਛੱਡ ਪਰੇ, ਆਪਾਂ ਕੀ ਲੈਣਾ ਸਟੱਡੀ ਤੋਂ, ਆਪਾਂ ਤਾਂ ਦਿਹਾੜੀ ਲਾਉਣੀ ਹੈ, ਦਿਹਾੜੀ ਲਾਉਂਦੇ ਹਾਂ, ਸਸਤਾ ਕਾਲਜ ਲੈਂਦੇ ਹਾਂ ਜਿੱਥੇ ਕਾਲਜ ਜਾਣਾ ਨਾ ਪਏ। ਫਿਊਚਰ COE ਮਿਲ ਗਈ, ਬੈਚਲਰ ਡਿਗਰੀ ਦੀ COE ਲੈ ਲਈ, ਮਾਸਟਰ ਡਿਗਰੀ ਦੀ COE ਲੈ ਲਈ ਉਹਨਾਂ ਨੇ, ਔਰ ਆਪਣੀ ਕਲਾਸਿਸ ਲਗਾਉਣੀਆਂ ਸ਼ੁਰੂ ਕਰ ਦੀਆਂ, ਜਾਂ ਫਿਰ ਡਿਪਲੋਮਾ ਦੀ COE ਲੈ ਲਈ। ਹੁਣ ਉਹ ਸਭ ਚੀਜ਼ਾਂ ਨੂੰ ਦੇਖਦੇ ਹੋਏ ਪਿਛਲੇ ਕੁਝ ਟਾਈਮ ਦੇ ਅੰਦਰ ਉਹਨੇ 17,000 ਬੱਚਿਆਂ ਨੇ ਇਹ ਰੂਲ ਚੇਂਜ ਕੀਤਾ। ਨੋ ਡਾਊਟ ਆਸਟ੍ਰੇਲੀਆ ਦਾ ਪਹਿਲੇ ਕੰਸਰਨ ਸੀਗਾ ਕਿ ਉਹ ਕਦੀ ਵੀ ਕਿਸੇ ਪਰਸਨ ਦੀ ਫਰੀडम ਨੂੰ ਮਤਲਬ ਰੋਕ ਨਹੀਂ ਸਕਦੇ ਸੀਗੇ, ਜਿਹਦੇ ਕਰਕੇ ਉਹਨੇ ਰਾਈਟਸ ਓਪਨ ਕੀਤੇ ਸੀ। ਬਟ ਉਹਨਾਂ ਨੇ ਆਪਣਾ ਸਪੈਸ਼ਲ ਸੈਸ਼ਨ ਬੁਲਾ ਕੇ ਇਹ ਡਿਸੀਜ਼ਨ ਲਿਆ
कि आने वाले टाइम के अंदर 1 अक्तूबर तो बाद कोई भी स्टूडेंट फ्यूचर COE नहीं ले पाएगा। और एक मैं स्टेटमेंट तो पढ़ के सुनाना, उन्होंने स्टेटमेंट बोली ऑस्ट्रेलियन गवर्नमेंट ने जो अपडेट किया, ऑस्ट्रेलियन गवर्नमेंट will crack down on the dozy colleges running visa rackets, warning that more than 200 of them could be banned from recruiting international students because of widespread use of fraudulent documents in the visa applications। ਹੁਣ ਇੱਥੇ ਸਾਨੂੰ ਸੋਚਣ ਦੀ ਜ਼ਰੂਰਤ ਹੈ ਕਿ ਕੈਨੇਡਾ ਇਮੀਗ੍ਰੇਸ਼ਨ, ਆਸਟ੍ਰੇਲੀਆ ਇਮੀਗ੍ਰੇਸ਼ਨ ਦੀ ਬਹੁਤ ਵੱਡੀ ਪਲੈਨਿੰਗ ਹੈ। ਉਹਨਾਂ ਨੇ ਆਪਣੇ ਸਭ ਤੋਂ ਪਹਿਲੇ ਜਿਹੜਾ ਕਨਕਰੈਂਟ COE ਜਾਂ ਫਿਊਚਰ COE ਹੈ ਉਹ ਤੇ ਆਬਜੈਕਸ਼ਨ ਲਗਾਤਾ ਕਿ ਅਗਰ ਤੁਸੀਂ ਇੰਡੀਆ ਚੋਂ ਕਿਸੇ ਯੂਨੀਵਰਸਿਟੀ ਔਰ ਕਾਲਜ ਵਾਸਤੇ ਜਾ ਰਹੇ ਹੋ, ਆਪਣੀ ਪੂਰਾ ਵਰਕਆਊਟ ਕਰਕੇ ਜਾਓ, ਕੋਰਸ ਸਿਲੈਕਸ਼ਨ ਸਹੀ ਲੈ ਕੇ ਜਾਓ, ਯੂਨੀਵਰਸਿਟੀ ਸਹੀ ਲੈ ਕੇ ਜਾਓ, ਕਾਲਜ ਦਾ ਟਰੈਕ ਰਿਕਾਰਡ ਦੇਖ ਕੇ ਜਾਓ। ਐ ਨਹੀਂ ਕਿ 2-4 ਸਾਲ ਪਹਿਲੇ ਕਾਲਜ ਓਪਨ ਹੋਇਆ, ਉਹਨੇ ਪ੍ਰਾਈਵੇਟ COE ਦਿੱਤੀਆਂ ਔਰ ਰਿਲੀਜ਼ ਕਰਨੀ ਸ਼ੁਰੂ ਕੀਤੀਆਂ ਔਰ ਚਲੋ ਜੀ ਹੋ ਗਿਆ। ਯੂਨੀਵਰਸਿਟੀ ਆਪਣੀ ਸਿਲੈਕਸ਼ਨ ਸਹੀ ਕਰੋ, ਕਾਲਜ ਆਪਣੀ ਸਿਲੈਕਸ਼ਨ ਸਹੀ ਕਰੋ। ਜਿਹੜੀ ਸਟੱਡੀ ਕਰਨ ਜਾ ਰਹੇ ਹੋ, ਫੈਮਿਲੀ ਦੇ ਨਾਲ ਬੈਠ ਕੇ ਡਿਸਕਸ ਕਰੋ ਕਿ ਮੈਨੂੰ ਇਹ 3 ਸਾਲ ਦੀ ਮੇਰੀ ਸਟੱਡੀ ਹੈ, ਮੇਰਾ ਟੋਟਲ ਐਕਸਪੈਂਸ ਇੰਨਾ ਹੈਗਾ, ਔਰ ਸਹੀ ਕੰਸਲਟੈਂਟ ਦੇ ਨਾਲ ਡਿਸਕਸ ਕਰੋ ਕਿ ਸਰ ਮੈਂ ਕਿਹੜਾ ਕੋਰਸ ਲਵਾਂ, ਕਿਹੜੀ ਯੂਨੀਵਰਸਿਟੀ ਲਵਾਂ ਜਿਹਦੇ ਅੰਦਰ ਮੈਂ ਉੱਥੇ ਜਾ ਕੇ ਸਟੱਡੀ ਕਰ ਪਾਵਾਂ ਔਰ ਜੋ ਪ੍ਰੋਸਪੈਕਟਿਵ ਤੋਂ ਜਿਹੜਾ ਮੇਰੇ ਲਈ ਅੱਛਾ ਹੋਵੇ। ਜਿਹੜੇ ਸਟੂਡੈਂਟ ਜਾਂਦੇ ਹੀ ਆਪਣੀ ਯੂਨੀਵਰਸਿਟੀ ਕਾਲਜ ਚੇਂਜ ਕਰਦੇ ਸੀ, ਫਿਊਚਰ COE ਉਹਨਾਂ ਨੂੰ ਮਿਲਣੀ ਬੰਦ ਹੋ ਗਈ ਹੈ। ਔਰ ਬੰਦ ਹੋਣ ਦੀ ਵਜ੍ਹਾ ਤੋਂ ਹੁਣ ਤੁਸੀਂ ਕੋਈ ਵੀ ਫਿਊਚਰ COE ਨਹੀਂ ਲੈ ਪਾਓਗੇ। ਅਗਰ ਤੁਸੀਂ ਆਪਣਾ ਕਾਲਜ ਇੰਸਟੀਟਿਊਸ਼ਨ ਚੇਂਜ ਕਰਨਾ ਚਾਹੁੰਦੇ ਹੋ ਜੋ ਕਿ ਸੇਮ ਸਟ੍ਰੈਟਜੀ UK ਦੇ ਅੰਦਰ ਫੋਲੋ ਹੁੰਦੀ ਹੈ, ਤਾਂ ਤੁਹਾਨੂੰ ਉਹ ਯੂਨੀਵਰਸਿਟੀ ਨੂੰ ਇੱਕ ਪ੍ਰੋਪਰ ਰਿਟਨ ਸਟੇਟਮੈਂਟ ਦੇਣੀ ਪਏਗੀ, ਬਲਾ ਰੀਜ਼ਨਸ ਹੈਗੇ ਨੇ ਕਿ ਇਹ ਮੈਂ ਚੇਂਜ ਕਰਨਾ ਚਾਹੁੰਦਾ। ਹੁਣ ਉੱਥੇ ਕੰਟਰਾਡਿਕਟਰੀ ਸਟੇਟਮੈਂਟ ਕਿੱਥੇ ਹੋਏਗੀ ਕਿ ਜਦੋਂ ਆਪਾਂ ਵੀਜ਼ਾ ਲਿੱਤਾ ਉਸ ਟਾਈਮ ਤੇ ਸਾਡੀ ਸਟੇਟਮੈਂਟਸ ਅਲੱਗ ਸੀਗੀਆਂ, ਔਰ ਜਦੋਂ ਹੁਣ ਆਪਾਂ ਉੱਥੇ ਕਾਲਜ ਯੂਨੀਵਰਸਿਟੀ ਚੇਂਜ ਕਰ ਰਹੇ ਆ ਸਟੇਟਮੈਂਟ ਅਲੱਗ ਹੋਣਗੀਆਂ ਤੇ ਯੂਨੀਵਰਸਿਟੀ ਕਾਲਜ ਕੋਲ ਤੁਹਾਡੀ COE ਵਿਡਰੋ ਕਰਨ ਦੇ ਪੂਰੇ ਰਾਈਟਸ ਹੋਣਗੇ ਔਰ ਤੁਹਾਡਾ ਵੀਜ਼ਾ ਤੱਕ ਉਹ ਕੈਨਸਲ ਕਰਵਾ ਸਕਦੇ ਨੇ। ਇਹ ਗੱਲ ਮੈਂ ਪਿਛਲੇ 3 ਮਹੀਨੇ ਤੋਂ ਆਪਣੇ ਕਲਾਇੰਟਸ ਨੂੰ ਦੇ ਨਾਲ ਹਮੇਸ਼ਾ ਡਿਸਕਸ ਕਰਦਾ ਕਿ ਇੱਕ ਟਾਈਮ ਆਏਗਾ ਜਦੋਂ ਆਸਟ੍ਰੇਲੀਆ ਰੂਲ ਚੇਂਜ ਕਰੇਗਾ। ਇਹ ਗੁੱਡ ਨਿਊਜ਼ ਜਿਹੜੀ ਹੈਗੀ ਇਹ ਕੰਸਲਟੈਂਟ ਵਾਸਤੇ ਹੀ ਅੱਛੀ ਨਹੀਂ ਹੈਗੀ, ਇਹ ਤੁਹਾਡੇ ਫਿਊਚਰ ਵਾਸਤੇ ਵੀ ਅੱਛੀ ਹੈ। ਬੈਚਲਰ ਡਿਗਰੀ ਉੱਥੋਂ ਕਰ ਰਹੇ ਹੋ ਜਾਂ ਮਾਸਟਰ ਡਿਗਰੀ ਉੱਥੋਂ ਕਰ ਰਹੇ ਹੈਗੇ ਹੋ, ਜਿਹੜੀ ਯੂਨੀਵਰਸਿਟੀ ਤੁਸੀਂ ਜਾਣਾ ਚਾਹੁੰਦੇ ਸੀਗੇ, ਦੈਨ ਯੂ ਆਰ ਏ ਜੈਨੂਇਨ ਸਟੂਡੈਂਟਸ, ਬੋਨਾਫਾਈਡ ਸਟੂਡੈਂਟ ਹੋ ਤੁਸੀਂ। ਔਰ ਇੱਕ ਕੰਟਰੀ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਅਗਰ ਉਹਦੇ ਕੋਲ ਬੋਨਾਫਾਈਡ ਸਟੂਡੈਂਟਸ ਆ ਰਹੇ ਨੇ, ਉੱਥੇ ਆ ਕੇ ਉਹ ਸਟੱਡੀ ਕਰ ਰਹੇ ਨੇ, ਚਾਹੇ ਬੈਚਲਰ ਕਰ ਰਹੇ ਨੇ, ਮਾਸਟਰ ਕਰ ਰਹੇ ਨੇ, ਉਹ ਕੰਟਰੀ ਤੋਂ ਕਦੀ ਤੁਹਾਨੂੰ ਡਿਨਾਈ ਨਹੀਂ ਕਰੇਗੀ ਕਿ ਮੈਂ ਤੁਹਾਡੀ ਕੰਟਰੀ ਦੇ ਅੰਦਰ ਰਹਿਣਾ ਚਾਹੁੰਦਾ, ਮੈਂ PR ਲੈਣਾ ਚਾਹੁੰਦਾ। ਦ ਕੰਟਰੀ ਵਿਲ ਲਿਸਨ ਯੂ। ਇੱਥੇ ਕੀ ਹੁੰਦਾ ਕਿ ਆਪਾਂ ਕੰਟਰੀ ਨੂੰ ਸੁਣਨ ਦਾ ਮੌਕਾ ਹੀ ਨਹੀਂ ਦਿੰਦੇ। ਯਾਰ ਕੰਟਰੀ ਕਿਵੇਂ ਸੁਣੇਗੀ ਤੁਹਾਨੂੰ? ਬਿਕੋਜ਼ ਵੀ ਆਰ ਨੋਟ ਬੈਨੀਫਾਈਡ। ਤੁਸੀਂ ਜਾਂਦੇ ਹੀ ਕਿਆ ਕੰਮ ਕੀਤਾ? ਇੱਥੇ ਆਪਾਂ ਫੀਸ ਭਰਦੇ ਹਾਂ, ਗੱਲ ਕਰਦੇ ਹਾਂ $24,000 ਸਰ ਮੈਂ ਭਰ ਲਾਂਗਾ। ਬਹੁਤ ਸਾਰੇ ਬੱਚੇ ਨੇ ਜਿਹੜੇ ਮੋਨਾਸ਼ ਯੂਨੀਵਰਸਿਟੀ ਪੰਜਾਬ ਹਰਿਆਣਾ ਤੋਂ ਅਪਲਾਈ ਕਰ ਦਿੰਦੇ ਨੇ, ਬਹੁਤ ਅੱਛੇ RMIT ਦੇ ਅੰਦਰ ਅਪਲਾਈ ਕਰ ਦਿੰਦੇ ਨੇ। ਉਹਦਾ ਪਰਪਸ, ਸੋਲ ਪਰਪਸ ਕੀ ਉਹਨਾਂ ਦਾ ਕਿ ਆਪਾਂ ਯੂਨੀਵਰਸਿਟੀ ਪਹੁੰਚਣਾ, ਉੱਥੇ ਜਾ ਕੇ ਜਾਂਦੇ ਹੀ ਵਿਡਰੋ ਕਰਨਾ ਔਰ ਫਿਊਚਰ COE ਦੂਸਰੇ ਕੋਲ ਲੈ ਲੈਣੀ ਹੈ। ਕਿਉਂਕਿ ਇਹ ਜਿਹੜਾ ਗਿਆਨ ਹੈ ਨਾ ਉਹਨਾਂ ਨੂੰ ਜਦੋਂ 에ਅਰਪੋਰਟ ਤੋਂ ਬਾਹਰ ਨਿਕਲਦੇ ਨੇ ਉਸੇ ਟਾਈਮ ਮਿਲ ਜਾਂਦਾ ਉਹਨਾਂ ਨੂੰ। ਹੁਣ RMIT ਯੂਨੀਵਰਸਿਟੀ ਜਾਂ ਮੋਨਾਸ਼ ਯੂਨੀਵਰਸਿਟੀ ਅੰਦਰ ਜਾ ਰਹੇ ਹੋ ਤੁਸੀਂ ਬੈਚਲਰ ਡਿਗਰੀ ਕਰਨ ਵਾਸਤੇ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ 3 ਸਾਲ ਦੀ ਜਿਹੜੀ ਫੀਸ ਹੈ ਉਹ $90,000 ਤੋਂ ਲੈ ਕੇ $1,20,000 $1,25,000 ਹੈ। ਆਪਣੀ ਫੈਮਿਲੀ ਨਾਲ ਡਿਸਕਸ ਕਰੋ ਕਿ ਹਾਂਜੀ ਸਾਡੀ ਇੰਨਾ ਜ਼ਿਆਦਾ ਫੀਸ ਸਟਰਕਚਰ ਹੈਗਾ, ਕਿਆ ਸੀਰੀਅਸਲੀ ਆਪਾਂ ਅਫੋਰਡ ਕਰ ਪਾਵਾਂਗੇ? ਅਗਰ ਆਪਾਂ ਅਫੋਰਡ ਨਹੀਂ ਕਰ ਸਕਦੇ ਫਿਰ ਸਾਨੂੰ ਕੀ ਕਰਨਾ ਚਾਹੀਦਾ? ਸਾਨੂੰ ਆਪਣੇ ਕੰਸਲਟੈਂਟ ਦੇ ਨਾਲ ਓਪਨਲੀ ਗੱਲ ਕਰਨੀ ਚਾਹੀਦੀ ਕਿ ਸਰ ਮੇਰੀ ਅਫੋਰਡੇਬਿਲਿਟੀ ਇੰਨਾ ਬਜਟ ਹੈਗਾ, ਇਸ ਤੋਂ ਵੱਧ ਬਜਟ 'ਚ ਮੈਂ ਪੇ ਨਹੀਂ ਕਰ ਸਕਦਾ। ਫੋਰ ਐਗਜ਼ਾਮਪਲ, ਔਰ ਮੈਂ ਇੱਥੇ ਹਰ ਪੇਰੈਂਟਸ ਨੂੰ ਇੱਕ ਰਿਕਮੈਂਡ ਕਰਦਾ, ਜਿਸ ਤਰੀਕੇ ਨਾਲ ਤੁਸੀਂ ਕੈਨੇਡਾ ਦੀ ਫੀਸਿਸ ਪੇ ਕਰਦੇ ਹੋ, 1 ਸਾਲ ਦੀ GIC ਪੇ ਕਰਦੇ ਹੋ, ਔਰ ਬੱਚੇ ਨੂੰ ਆਪਾਂ ਆਸਟ੍ਰੇਲੀਆ ਭੇਜਣਾ ਚਾਹੁੰਦੇ ਆ, ਸਾਨੂੰ ਵੀ ਸਟਰੋਂਗਲੀ 1 ਈਅਰ ਦੀ ਫੀਸ ਪੇ ਕਰਨੀ ਚਾਹੀਦੀ ਹੈ। ਹੁਣ ਅਗਰ ਆਪਾਂ 1 ਈਅਰ ਦੀ ਫੀਸ ਪੇ ਕਰ ਰਹੇ ਹਾਂ ਤੇ ਜਿਹੜਾ ਆਸਟ੍ਰੇਲੀਆ ਨੇ ਰੂਲ ਚੇਂਜ ਕੀਤਾ ਹੈ $24,505 ਦਾ, ਸਾਨੂੰ ਸਿਰਫ ਲੀਵਿੰਗ ਐਕਸਪੈਂਸ ਜਿਹੜਾ ਹੈਗਾ, ਜਿਹੜਾ ਸਾਨੂੰ ਫੰਡ ਸ਼ੋ ਕਰਨਾ ਪੈਂਦਾ ਹੈਗਾ, ਉਹ ਵੀ ਸਾਡਾ ਰਿਡਿਊਸ ਹੋ ਜਾਏਗਾ। ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਕੱਲ ਦੇ ਸ਼ੋਅ ਦੇ ਅੰਦਰ, ਜਦੋਂ ਸਾਡੇ ਨਾਲ ਲਾਈਵ ਹੋਣਗੇ ਸਾਡੇ ਮਾਰਾ ਏਜੰਟ ਪਲੱਸ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਮਿਸਿਸ ਵੀਬਾ ਗਾਂਧੀ ਅਰੋੜਾ। ਕੱਲ ਉਹਨਾਂ ਨਾਲ ਆਪਾਂ ਚਰਚਾ ਕਰਾਂਗੇ ਇਸ ਸ਼ੋਅ ਦੇ ਬਾਰੇ। ਅੱਜ ਆਸਟ੍ਰੇਲੀਆ ਦੇ ਬਾਰੇ ਤੁਸੀਂ ਕੋਈ ਵੀ ਕੁਐਸਚਨ ਪੁੱਛਣਾ ਚਾਹੁੰਦੇ ਹੋ, ਆਸਟ੍ਰੇਲੀਆ ਨੇ 2 ਰੂਲ ਚੇਂਜ ਕੀਤੇ ਨੇ, ਇੱਕ ਫਿਊਚਰ COE ਤੇ ਬੈਨ ਲਗਾ ਰਿਹਾ ਹੋ, ਉਹ ਸੈਕਿੰਡ ਜਿਹੜਾ ਹੈਗਾ ਉਹਨੇ ਆਪਣੇ ਲਿਵਿੰਗ ਐਕਸਪੈਂਸ ਐਡ ਕੀਤੇ ਨੇ। ਅਗਰ ਵਿਜ਼ਨ ਵੇ ਦੇ ਅੰਦਰ ਤੁਹਾਡੀ ਕੋਈ ਵੀ ਐਪਲੀਕੇਸ਼ਨ ਚੱਲ ਰਹੀ ਹੈ ਤੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ,
ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ। ਡੈਫੀਨਿਟਲੀ ਮੈਂ ਮਿਲਾਂਗਾ ਔਰ ਤੁਹਾਨੂੰ ਪਰਸਨਲੀ ਗਾਈਡ ਕਰਾਂਗਾ ਕਿ ਤੁਸੀਂ ਕਿਸ ਤਰੀਕੇ ਨਾਲ ਆਪਣੇ ਫੰਡ ਸ਼ੋ ਕਰ ਸਕਦੇ ਹੋ, ਕਿਸ ਤਰੀਕੇ ਨਾਲ ਆਪਣਾ ਪੈਸਾ ਬਚਾ ਸਕਦੇ ਹੈਗੇ ਹੋ। ਵਿਜ਼ਨ ਵੇ ਨੂੰ ਕੋਈ ਦਿੱਕਤ ਨਹੀਂ, ਆਪਾਂ ਹਮੇਸ਼ਾ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਪੈਸਾ ਬਚਾ ਕੇ ਦੇਈਏ ਔਰ ਚੀਪ ਐਂਡ ਬੈਸਟ ਪ੍ਰੋਗਰਾਮ ਦੇ ਅੰਦਰ, ਕੋਰਸ ਦੇ ਅੰਦਰ ਜਿਹੜਾ ਫਿਊਚਰ ਪ੍ਰੋਸਪੈਕਟਿਵ ਵਾਸਤੇ ਤੁਹਾਡੇ ਵਾਸਤੇ ਅੱਛਾ ਹੈਗਾ, ਆਪਾਂ ਉਹਦੇ ਅੰਦਰ ਤੁਹਾਡਾ ਸਿਲੈਕਸ਼ਨ ਕਰਵਾ ਕੇ ਦੇਈਏ। ਹੁਣ ਆਪਾਂ ਕੁਝ ਕੁਐਸਚਨ ਜਿਹੜੇ ਹੈਗੇ ਨੇ ਸਾਡੇ ਕੋਲ ਆਏ ਨੇ, ਆਪਾਂ ਉਹ ਲੈ ਲਈਏ। एक बच्चे ने बोला कि AIBI कॉलेज ਦੀ GT क्लीयर नहीं हुई। ਬਈ ਦੇਖੋ ਇੱਥੇ ਮੈਂ ਕਲੀਅਰਲੀ ਸਟਾਰਟਿੰਗ ਦੇ ਅੰਦਰ ਬੋਲਿਆ ਕਿ ਪਿਛਲੇ 3 ਮਹੀਨੇ ਤੋਂ ਆਸਟ੍ਰੇਲੀਆ ਬੜਾ ਅਪ ਡਾਊਨ ਚੱਲ ਰਿਹਾ ਸੀਗਾ। ਆਸਟ੍ਰੇਲੀਆ ਦਾ ਅਪ ਡਾਊਨ ਚੱਲਣ ਦਾ ਰੀਜ਼ਨ ਸੀਗਾ ਕਿਉਂਕਿ ਜਿੰਨੇ ਵੀ ਸਟੂਡੈਂਟ ਜਾ ਰਹੇ ਆ ਉਹਨਾਂ ਨੇ ਇੱਕ ਸਰਵੇ ਕੀਤਾ, 17,000 ਬੱਚਿਆਂ ਨੇ यूनिवर्सिटी कॉलेज विड्रॉ किया। ते हरियाणवी के अंदर भाई दस देना भाई हम लोग GT तो बड़े आराम से क्लियर करवा देंगे, पर उससे पहले आपको हमसे एक बार मिलना पड़ेगा। ये मेरा हरियाणवी में आपको जवाब है। नेक्स्ट क्वेश्चन है, ओवरऑल 50 नॉट लेस देन 41 इन वन मॉड्यूल एलिजिबल फॉर एनी कंट्री। देखिए आपके ऑफिशियली पंकज जी आपको अपना प्रोफाइल शेयर करना पड़ेगा हमारे साथ, तब हम लोग आपको बता पाएंगे कि आप किस कंट्री के लिए एलिजिबल हो। प्लीज डोंट फॉलो। हाँ इतने गगन राजपूत जी ने बोला कि भाई सानू फॉलो नहीं करना चाहिए। मैं गल करना चाहता कि जो ये नेगेटिव कमेंट्स डालते हैं ना भाई, इससे किसी भी ऑर्गेनाइजेशन को फर्क नहीं पड़ता। आज पंजाब के CM बोलते हैं तो नीचे लोग गालियां निकालते हैं, देश के प्रधानमंत्री बोलते हैं तब लोग गालियां निकालते हैं। आज का जो मेरा शो है ना, हम लोग हमेशा एक पॉजिटिव चीजें और आपके साथ ट्रू और फेयर इंफॉर्मेशन लाने की कोशिश करते हैं ताकि हम लोग आपको शेयर कर पाए। अगर आपका, और मैं इस बात में, वी आर नॉट एम्बेसी, हम लोग ये कभी नहीं बोलते कि हम लोग एम्बेसी हैं और आपकी 100% क्वेरीज को या 100% गारंटीड हम लोग आपका वीजा निकलवा देंगे। ऐसी फेक कमिटमेंट्स हम लोग नहीं करते। विजन वे का जो ओवरऑल सक्सेस रेट है ना वो 90% अबव है, और 10% अगर डिससेटिस्फाई है तो भाई वो तो परमात्मा से भी कोई राजी नहीं होता, देश के प्रधानमंत्री से राजी नहीं होता, स्टेट के CM से कोई राजी नहीं होता, कॉन्स्टिट्यूशन के MLA से कोई राजी नहीं होता, घर के पेरेंट्स से बच्चे राजी नहीं होते, तो हम लोग तो कहां राजी कर सकते हैं भाई आपको। धन्यवाद आपका, आपके जो कमेंट्स हैं। सोनू जी आपको GT क्लियर के लिए मेरे से मिलना पड़ेगा, आप मेरा अपॉइंटमेंट ले लें। कल मैं नवा शहर में ही हूं, अगर आप मेरे से मिलना चाहते हो देन वी कैन डिस्कस थॉरोली, हर चीज हम लोग डिस्कस करेंगे। विक्टोरिया यूनिवर्सिटी में जो आप इंटरव्यू की बात कर रहे हैं सोनू चौधरी जी, ऐसा है कि विक्टोरिया यूनिवर्सिटी हुआ क्या था कि ऑस्ट्रेलिया के अंदर जब रूल चेंज हुए करने थे उन्होंने, तो सब वीजा, सब यूनिवर्सिटीज ने अपने GT क्लियर करना होल्ड कर लिया था। तो होल्ड करने के रीजंस थे कि वहां पे जाके बच्चे COE विड्रॉ कर रहे थे, जो मैंने स्टार्टिंग में आपको दिया। अब इन्होंने डे बिफोर यस्टरडे इन्होंने अपने रूल चेंज किए हैं और उसका बेनिफिट हम सभी, उन्होंने रूल जो चेंज किए हैं उसके हिसाब से मेरे को उम्मीद है कि हम लोग बड़ा अच्छा वीज़ा सक्सेस रेट निकालेंगे। आज वैसे आपकी नॉलेज के लिए बता दूं, हम लोगों ने PT पे आज हमारे वीज़ा आए हैं, ओवरऑल 60 पे 3 वीज़ाज वी गोट विद 60 PT। ओवरऑल PT था, उसमें E60 नहीं था। तो थोड़ा सा जहाँ पे आपने इतना पेशेंस रखा है, मेरी करीब 100+ फाइल्स हैं जो हम लोगों ने होल्ड की हुई हैं, जो SDS कैटेगरी में आने वाली हैं, अपकमिंग है। तो थोड़ा सा वेट करें, सबकी लॉजमेंट्स हम लोग करेंगे जैसे GC की अपलोड हो जाए। तो हमारी ऐसी कोई इंटेंशन नहीं है कि हम लोग किसी का समय खराब करें या फिर किसी का पैसा खराब करें। हमारा एक सिंपल सा थंब रूल है कि हम लोग इमिग्रेशन की गाइडलाइंस के हिसाब से चलते हैं, और मैं ओपनली बोलता हूं कि हम लोग इमिग्रेशन नहीं है और हम लोग कभी भी 100% गारंटीड आपका वीज़ा अप्रूवल की गारंटी नहीं देते हैं। अगर कोई भी कंसल्टेंट ऐसा करता है तो वो गलत है। अभी आपने पूछा है तो आपका जो काउंसलर है ना जी, चौधरी जी, आपका जो काउंसलर है, आप उनसे बात करें, उसके साथ अपना नाम, डेट ऑफ बर्थ शेयर करें, तो ऑटोमेटिकली वो मेरे पास पहुंच जाएगा। क्योंकि आप भी मेरा प्रोग्राम सुन रहे हो, वो काउंसलर भी मेरा प्रोग्राम सुन रहा है, तो ऑटोमेटिकली वो आ जाएगा आपके पास और आपको हम लोग प्रॉपर फीडबैक दे पाएंगे। यहाँ पे अगर आपसे मीटिंग करने की जरूरत पड़ी तो डेफिनेटली मैं आपको बुला के भी मीटिंग करूंगा। हमारी इंटेंशन बड़ी क्लियर है कि आपने अगर विजन वे पे ट्रस्ट किया है तो हम लोग आपका वीज़ा वाला प्रोसेस करवा के दें। अभी
सबसे पहले तो मैं आप सभी का थैंक यू करना चाहता हूं भाई ज्वाइन करने के लिए। एक गगन राजपूत जी ज़्यादा परेशान है भाई, आप ना आपका काउंसलर्स का नाम बताइए, डेट ऑफ बर्थ बताइए मेरे को, आई विल चेक इट आउट कि आपके साथ क्या इशू था। हमें नाम डेट ऑफ बर्थ जरूरी चाहिए होगा। और आपके जो फीडबैक आप हमें दे रहे हो ये फीडबैक आपका गलत है। विजन वे आप हमारे किसी भी ऑफिस के अंदर विजिट करें, चाहे किसी भी कंट्री के लिए अपना वीज़ा अप्लाई करें, तो हम लोग सिर्फ आपसे रजिस्ट्रेशन फीस चार्ज करते हैं जो कि 10,620 रुपीज़ है। 9,000 रुपीज़ हमारे होते हैं और 1,620 रुपये गवर्नमेंट के होते हैं। इसके अलावा हम लोग कोई भी रजिस्ट्रेशन फीस चार्ज नहीं करते हैं। आप चाहे हमसे ऑस्ट्रेलिया की फाइल अप्लाई करें, ऑस्ट्रेलिया, न्यूजीलैंड, यूके, कनाडा, किसी भी कंट्री के लिए अप्लाई करें। हम बार बार आपको बोलते हैं कि वीज़ा पे चर्चा प्रोग्राम जो है उसका सोल पर्पस जो है आपको ट्रू एंड फेयर इन्फॉर्मेशन प्रोवाइड करना है। तो जो भी स्टूडेंट्स ऑस्ट्रेलिया जाना चाहते हैं, अगर आपने विजन वे में फाइल अप्लाई कर रखी है या फिर किसी और के पास अप्लाई कर रखी है और आप डिटेल्ड इन्फॉर्मेशन चाहते हैं, तो आप एक बार विजन वे जरूर विजिट करें। हम लोग हो सकता है कि आपकी क्वेरीज को सॉर्ट आउट कर पाएं और एक सॉल्यूशन निकाल पाएं कि जो ये पिछले 3 महीने से पेंडिंग चल रहा है, जो बैकलॉग पड़ा है। आपने भी देखा होगा सभी ने कि मार्केट के अंदर वीजाज नहीं आ रहे थे बिकॉज ऑस्ट्रेलिया कंट्री खुद और यूनिवर्सिटीज इस बात से परेशान है कि हमारे, देखिए आप एक चीज समझिए कि विजन वे छोड़िए, आप किसी भी यूनिवर्सिटी के बेस पे उस कंट्री के अंदर जाते हैं और जाके वहां पे प्राइवेट कॉलेज ले लेते हैं। जब एक यूनिवर्सिटी के अंदर आपको एडमिशन मिलता है तो उस बैचलर डिग्री में अगर आप एडमिशन लेते हो तो यूनिवर्सिटी सोचती है कि तीन साल ये हमारे साथ चलेगा, 3 साल की फीसिस हमारे पे करेगा। मास्टर डिग्री करते हो सोचते हैं 2 साल फीस अब पे करेंगे। अब हमारे यहाँ पे क्या होता है, स्पेशली नॉर्थ इंडिया में, पंजाब हरियाणा की बात करूं तो सबसे पहले हम लोग क्या करते हैं कि हम लोग जाके वहां पे यूनिवर्सिटी कॉलेज को चेंज कर लेते हैं। इसी वजह से पंजाब हरियाणा के एप्लीकेशन पे स्क्रूटनी ज्यादा हो गई थी। आपने देखा कि ऑस्ट्रेलिया के लिए नॉर्थ इंडिया के तो सिचुएशन ड्रास्टिक हमारे लिए भी थी। हम लोग इंटेंशनली किसी का टाइम खराब नहीं करना चाहते। जब ऑप्शन ही हमारे पास नहीं बचेगा तो हम लोग उस चीज में हेल्पलेस हैं। एंड ऑफ द डे आप हमारे ऊपर ट्रस्ट कर रहे हो और हम लोग इमिग्रेशन के ऊपर। अब अगर इमिग्रेशन वीजा नहीं दे रही है या हमें चैलेंजेस आ रहे हैं तो मिलेगी बिकॉज आप एक बोनाफाइड स्टूडेंट बन जाओगे। और कनाडा के अंदर पीआर क्यों मिलती है? क्योंकि वी आर बोनाफाइड स्टूडेंट्स। आप एक बार दोबारा विजिट करें, रिकाउंसलिंग करवाएं और ऑस्ट्रेलिया के लिए हम लोग आपको सॉल्यूशन देंगे कि किस तरीके से आपकी जीटी क्लियर होगी और किस तरीके से आपका वीजा थ्रू आउट होगा। जो ये चेंजेस हुए हैं मेरे हिसाब से, मतलब मैं जो अपने एक्सपीरियंस पे हमेशा बात करता हूं कि अब जो वीजा अप्रूवल आएगा ना वो 80% से अबव रहेगा, जो हम सबके लिए अच्छा है। आज सुबह की बात है, मॉर्निंग में मैं काउंसलिंग कर रहा था, मेरे पास एक क्लाइंट ने विजिट किया। उसने किसी XYZ ने ऑस्ट्रेलिया में, मैं नाम नहीं लूंगा किसी का, उन्होंने बोला कि हम लोग आपकी 6 महीने की फीस पे करेंगे और आपसे एक ह्यूज अमाउंट जो लेंगे, डबल डिजिट में, मोर देन 60, 17, 18 लाख रुपीज आपसे चार्ज करेंगे। तो जब हम लोगों ने उसका कंपैरिजन किया यूनिवर्सिटी के साथ में, वो 6 महीने की फीस के साथ पैकेज कर रहा था। हम लोगों ने उसको बताया कि सर देखिए जीटी ये चीज है और उसके अंदर आप इस तरीके से अपने फंड शो कर सकते हो। बोला ऐसे फंड तो मेरे पास पड़े हैं, अगर मैं 1 साल की फीस पे करने के लिए तैयार हूं। देखिए यूनिवर्सिटी क्या बोलती है, जो जीटी पे अगर आप 1 साल की फीस पे करने के लिए तैयार हो ना तो उनको आपसे 16 लाख रुपए 3 महीने पुराने चाहिए। पेरेंट्स की इनकम 12 लाख रुपए होनी चाहिए। 2 चीजें चाहिए। तीसरा जो 1 साल की फीस है प्लस जो लिविंग आपने इंश्योरेंस पे करना है वो आपको करंट भी आप दिखा सकते हो। आज पैसा डाल दो वो करंट हो गया आपका। और जो आपने मान लीजिए 10-12 लाख रुपए आपके पास पड़ा है, 6-7 लाख रुपए का आप एजुकेशन लोन ले लेते हो तो 16 लाख रुपए चाहिए, 17 लाख रुपए चाहिए, वो आपकी जीटी के लिए हो गए। और करंट फीस यूनिवर्सिटी को ओपनली बोलो कि मेरे पास ये पैसा पड़ा है, मेरे पेरेंट्स की इनकम 12 लाख रुपए से ऊपर है और मैं अपनी फीस यहां से पे करना चाहता हूं और जो जीटी है और मेरे पास ये फंड है जो मेरे लिविंग के है वो 3 महीने मेरे पास पुराने पड़े हैं। हो गई आपकी जीटी। करना क्या है हमें? जस्ट वी हैव टू फाइंड आउट द वे। भाई पिछले 2 महीने से हम लोग स्ट्रगल कर रहे थे। ऑस्ट्रेलिया में यूनिवर्सिटीज हमें कुछ बता नहीं रही थी, इमिग्रेशन कोई वीजा नहीं दे रही थी, तो हमें तो वेट करना ही पड़ेगा ना। बिकॉज आप और हम लोग सब लोग किसके ऊपर डिपेंड है? इमिग्रेशन के ऊपर।
तो हमारी बातों को अगर आप पॉजिटिव लेते हो, पंजाबी साड़ियां गल्लां नूं पॉजिटिव लोगे ना तो बहुत वधिया रहोगे। बिकॉज मैं कोई भी लाइव शो करके ना इन्नी चर्चा नहीं करता हुंदा, इन्नी इन्फॉर्मेशन नहीं देंदा हुंदा कि जिहदी इंटेंशन होए कि बच्चे कोल पैसे की ठगी करनी है आपां जी। इसके अलावा कोई भी स्टूडेंट है जो अपना क्वेश्चन पूछना चाहता है, बड़ा ओपनली पूछ सकता है। जो आपने पूछा था कि कनाडा के लिए जीसी की, वो अभी नहीं आया। कल हम लोग शो करेंगे न्यूजीलैंड के बारे में, और न्यूजीलैंड में बहुत सारी चर्चा करेंगे कि किस तरीके से आप अपने फंड शो कर सकते हो, किस तरीके की हमें वहाँ पे रिक्वायरमेंट्स हैं, बैचलर डिग्री और मास्टर डिग्री में वीज़ा किस तरीके से निकलेगा। क्योंकि ऑस्ट्रेलिया भी सबसे ज़्यादा चहेती कंट्री बनती ऑस्ट्रेलिया के साथ साथ न्यूजीलैंड भी जो है वो सबकी चहेती कंट्री बनती जा रही है, क्योंकि वहाँ पे ऑप्शंस अवेलेबल हैं। अभी हम लोग लेते हैं मैक्सिमम गैप एक्सेप्टेड बाय ऑस्ट्रेलिया। देखिए, अगर आप यूजी हैं, +2 बेस पे जा रहे हैं, तो मैंने आपको बताया कि 2022 पास आउट हो और आपने आइल्स जो है वो 23 में करी है, तो ऑप्शन लिमिटेड डेज के लिए मेरे पास अवेलेबल है। लिमिटेड डेज के लिए मैं ये नहीं कह सकता कि 10 दिन रहेगा, 5 दिन रहेगा, इस बारे में नहीं। ऑस्ट्रेलिया एक ऐसी कंट्री है, 6 नॉट लेस देन 5.5 ले लेगी, बट वो प्रोफाइल से कॉम्प्रोमाइज नहीं करेगी, तो वो 2023 पास आउट बच्चा एक्सेप्ट करती है। उसके अलावा जो पीजी अगर आपने किया है, मतलब बैचलर डिग्री आपने किया और मास्टर के लिए आप जाना चाहते हो, तो उसके अंदर आपका अगर 5 साल का भी गैप है, बट वो जस्टिफेबल है, आप जॉब कर रहे हो, सैलरी आपके अकाउंट में आ रही है, वी डोंट हैव एनी इशू। ऑस्ट्रेलिया को कोई इशू नहीं है। स्पाउस केस भी एक्सेप्टेबल है, बशर्ते आपकी मैरिज जो है वो 1 साल पुरानी होनी चाहिए, जेन्युइन होनी चाहिए, फेक नहीं होनी चाहिए, कॉन्ट्रैक्ट नहीं होनी चाहिए। मेरी बात आप समझ रहे होगे। अगर आपकी कोई ऐसी मैरिज है तो अदर ऑप्शंस आप चूज कर सकते हो, बट ऑस्ट्रेलिया में ऐसा कॉम्प्रोमाइज हम लोग नहीं कर सकते। इसके अलावा अगर हम लोग बात करें ऑस्ट्रेलिया के अंदर, मेरे को लगता है कि बहुत सारी हमने डिस्कशन की है और पॉजिटिव नोट्स पे रही है। मैंने ये भी बताया आपको कि कोई भी पर्सन या कोई भी कंपनी 100% पर्सन्स को, क्लाइंट्स को सेटिस्फाई नहीं कर सकती है। फिर भी हम लोग ट्राई करते हैं हमेशा कि कोशिश करें आप सबकी क्वेरीज को शॉर्ट आउट करें। आप अगर हमसे उम्मीद लेके आते हो कि हम लोग आपका वीज़ा थ्रू करवाएं, तो हम लोग वो भी कोशिश करते हैं। बट एंड ऑफ द डे हम सब डिपेंड है इमिग्रेशन के ऊपर। इमिग्रेशन के हिसाब से हम लोग चल के अपना वीज़ा सक्सेस रेट जो हम लोगों ने रिटेन किया हुआ है वो 90% अबव है। ये सब की आपकी वेल विशेस ही है कि आज विजन वे की 12 ब्रांचेज हैं नॉर्थ इंडिया में, एंड मोर वी आर गोइंग टू ओपन। ये सब कैसे हो पाया? ये सब आपकी ब्लेसिंग्स की वजह से ही हो पाया। ऑस्ट्रेलिया में जाना चाहते हो, ऑस्ट्रेलिया, न्यूजीलैंड, यूके, कनाडा, यूरोप, किसी भी कंट्री के लिए आप अपना वीज़ा अप्लाई करना चाहते हो, या फिर आप कोई भी क्वेश्चन पूछना चाहते हो, कल फिर हम लोग आपके साथ 4:30 बजे वीज़ा पे चर्चा प्रोग्राम में हाजिर होंगे। वहाँ पे हमारे साथ LIA और हमारा एजेंट मिसेस वीबा गांधी अरोड़ा भी हमारे साथ अवेलेबल रहेंगी, जिनसे हम लोग ढेर सारी चर्चा कर सकते हैं ऑस्ट्रेलिया को लेके, या फिर न्यूजीलैंड को लेके, या फिर कोई भी क्वेश्चन आप जो हमारे फील्ड से रिलेटेड है वो आप पूछना चाहते हो तो पूछ सकते हो। हम लोग कोशिश करेंगे कि अपनी नॉलेज के हिसाब से आपको सही इन्फॉर्मेशन आपके साथ शेयर कर पाएँ। अगर आपको हमारी बातें, शो ये पसंद आता है तो प्लीज़ आप ये शो जो है वो शेयर करना, लाइक और शेयर करना ना भूलिएगा। हम लोग आपको फेसबुक, इंस्टाग्राम और यूट्यूब पे भी अवेलेबल है। आप हमारी वीडियोस को शेयर कर सकते हो ताकि शायद हम लोग आपको ट्रू और फेयर इन्फॉर्मेशन दें। आपके भाई बहन, यार, दोस्त जो जाना चाहते हैं पर्टिकुलर कंट्री के अंदर, खुलकर बात करके वीज़ा पे चर्चा प्रोग्राम के थ्रू उनको सही इन्फॉर्मेशन हम लोग प्रोवाइड करवा पाएँ। आप सबका हमारे साथ शो में बने रहने के लिए बहुत बहुत धन्यवाद। कल मिलेंगे शाम को 4:30 बजे। धन्यवाद।